सुप्रीम कोर्ट का तो जो फर्ज बनता उन्हें निभाया अज, पर सब तो वड्डा जिहड़ा फर्ज निभाउण तो भज रही है वो आ मोदी सरकार। इन्नी वड्डी घटना हुई होवे इस देश के अंदर सियासत च होया कि रेल हादसा हो जाता सी, लाल बहादुर शास्त्री वर्गे लोग रिजाइन कर देंदे सी नैतिकता के आधार पर। कित्थे चली गई बीजेपी की नैतिकता? एक एड्डी वड्डी घटना हुई, देश च हाहाकार मची है, दुनिया दे ते गल कर रही है, तो एक मंत्री दा मुंडा पेश नहीं हो रहा, तो मंत्री साहब कुर्सी ते बराजे हुए ने। जे वो गृह मंत्री रहणगे कि उन्होंने मुंडे ते कार्रवाई हो सकती है, ये किहनूं बेवकूफ बना रहे हैं? बिल्कुल भी नहीं हो सकती। सब एविडेंस मैनेज हो जाते हैं, सब कुछ मैनेज हो जाता। पुलिस की नहीं करती? पुलिस तो आपां पता, पुलिस नूं आपां चंगी तरह जानते हैं, पुलिस दा की बना दिंदी है। मिश्रा दा अस्तीफा लेना चाहिए। जदों तक मिश्रा इस अहुदे ते बने रहणगे उन्होंने मुंडे दे खिलाफ सही जांच हो ही नहीं सकती। हुण जज दे उत्ते भी सवाल खड़े कर दो, कह दो कि जी ये तो फलाना गैंग आ, ध्योंका गैंग जिहड़ा आपां देखदे आ, गोदी मीडिया भी करदा, ये तो जी अवार्ड वापसी गैंग आ, ये तो जी सैकुलर गैंग आ। मतलब सैकुलर होना कदों गैंग हो गया? आरएसएस नैतिकता ਦੀਆਂ ਬੜੀਆਂ ਗੱਲਾਂ ਕਰਦੀ ਹੈ। ਇੱਥੇ आरएसएस भी किते ना किते योगी सरकार ਦਾ, मोदी सरकार ਦਾ ਪੱਖ ਪੂਰਦੀ ਦਿਖਾਈ ਦੇ ਰਹੀ ਹੈ ਤੇ ਇਹੀ ਜਿਹੀ ਟਿੱਪਣੀਆਂ ਆ ਰਹੀ कि आरएसएस ਨੂੰ नहीं दिखता है अनैतिक काम आ, कि आरएसएस ਨੂੰ नहीं दिखता है गलत आ। गलत ਨੂੰ गलत कहना ਤੇ सही ਨੂੰ सही कहना ही ठीक ਹੁੰਦਾ है। ਕਹਿੰਦੇ ਰਾਜਨੀਤੀ ਹੋ ਰਹੀ ਹੈ। ਰਾਜਨੀਤੀ ਕਾਹਦੇ ਲਈ ਹੋ ਰਹੀ ਹੈ? ਜੇ ਰਾਜਨੀਤੀ ਇਸ ਗੱਲ ਦੇ ਲਈ ਹੋ ਰਹੀ ਹੈ ਕਿ ਇਨਸਾਫ ਮਿਲੇ ਤਾਂ ਕੀ ਮਾੜੀ ਗੱਲ ਸਿਆਸਤ ਦੀ ਕਰ ਲਈਏ ਤਾਂ 2022 ਦੇ ਵਿੱਚ ਚੋਣਾਂ ਨੇ, ਤਾਂ ਇਸ ਦਾ ਸਿਆਸੀ ਪ੍ਰਭਾਵ ਕੀ ਰਹੇਗਾ? ਕਿਉਂਕਿ ਬੀਜੇਪੀ ਬਾਰੇ ਤਾਂ ਇਹ ਮੰਨਿਆ ਜਾਂਦਾ ਨਾ ਕਿ ਪੋਲਰਾਈਜੇਸ਼ਨ ਕਰ ਲੈਂਦੇ ਨੇ। ਆਮ ਹਿੰਦੂ, ਆਮ ਸਿੱਖ, ਆਮ ਕਦੇ ਕੋਈ ਬੰਦਾ ਫਿਰਕਾ ਪ੍ਰਸਤ ਨਹੀਂ ਹੁੰਦਾ। ਸਾਰੇ ਭਰਾ ਨੇ, ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ, ਕਦੇ ਕਿਸੇ 'ਚ ਕੋਈ ਨਫ਼ਰਤ ਨਹੀਂ। ਜਦੋਂ ਕਿਸੇ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਗੇਮ ਖੇਡੀ ਜਾਂਦੀ ਹੈ, ਜਦੋਂ ਇਹ ਕਿਹਾ ਜਾਏਗਾ ਚੰਦ ਸਿੱਖ ਸਾਨੂੰ ਤੰਗ ਕਰ ਰਹੇ, ਤਾਂ ਉੱਥੇ ਧਰੂਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮੇਸ਼ਾ ਨੂੰ ਮਿਲ ਕੇ ਮਿਸ਼ਰਾ ਹੋਰੀ ਨਿਕਲੇ ਆਉਂਦੇ ਨੇ, ਕੁਝ ਵੀ ਨਹੀਂ ਹੁੰਦਾ। ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਇਹ ਹੈ ਕਿ ਇੱਕ ਸੁਨੇਹਾ ਦਿੱਤਾ ਜਾ ਰਿਹਾ, ਅਸੀਂ ਕੁਝ ਵੀ ਕਰਾਂਗੇ, ਅਸੀਂ ਉਹਦਾ ਪੋਲਰਾਈਜੇਸ਼ਨ ਕਰ ਲਾਂਗੇ ਘਟਨਾ ਦਾ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਡਰਾਮੇਬਾਜ਼ੀ ਕਰ ਰਹੀਆਂ, ਲਗਭਗ ਸਾਰੀ ਸਿਆਸੀ ਪਾਰਟੀ ਫੋਟੋ ਓਪਰਚੁਨਿਟੀ ਲੈ ਕੇ ਫੋਟੋਆਂ ਪਾ ਕੇ ਤੁਹਾਡੇ ਫੇਸਬੁੱਕਾਂ ਪੇਜਾਂ ਤੇ ਪਾਈਆਂ, ਖੁਸ਼ ਹੋ ਜਾਂਦੇ ਤੁਸੀਂ ਸਾਰੀਆਂ ਪਾਰਟੀਆਂ। ਜਦੋਂ ਤੁਸੀਂ ਸੱਚੇ ਹੋ ਤੁਹਾਨੂੰ ਕਹਿਣ ਦੀ ਲੋੜ ਨਹੀਂ ਮੈਂ ਸੱਚਾ। ਜੇ ਤੁਸੀਂ ਸੱਚੇ ਹੋ ਤਾਂ ਲੋਕਾਂ ਨੂੰ ਪਤਾ ਲੱਗ ਜੂ, ਤੁਹਾਡੇ ਚਿਹਰਿਆਂ ਤੋਂ ਪਤਾ ਲੱਗ ਜੂ, ਤੁਹਾਡੀ ਮੂਵਮੈਂਟ ਤੋਂ ਪਤਾ ਲੱਗ ਜੂ। ਇਹ ਸਰਕਾਰਾਂ ਨੇ ਆਉਣਾ ਜਾਣਾ, ਇਹ ਦੇਸ਼ ਵੱਡਾ, ਇਹ ਸਮਾਜ ਵੱਡਾ, ਲੋਕ ਵੱਡੇ ਨੇ। ਸਰਕਾਰਾਂ ਨੇ ਆਉਣਾ ਜਾਣਾ, ਇੱਥੇ ਬਹੁਤ ਸਾਰੀਆਂ ਸਰਕਾਰਾਂ ਆਈਆਂ ਨੇ, ਬਹੁਤ ਸਾਰੀਆਂ ਗਈਆਂ ਨੇ। ਸਿਸਟਮ ਨੂੰ ਐ ਨਾ ਬਣਾਓ ਕਿ ਲੋਕ ਅੱਕ ਜਾਣ। ਪੀੜਤਾਂ ਨੂੰ ਦੋਸ਼ੀ ਬਣਾਇਆ ਜਾ ਰਿਹਾ ਤੇ ਦੋਸ਼ੀ ਨੂੰ ਭਜਾਇਆ ਜਾ ਰਿਹਾ, ਇਹੀ ਸੁਪਰੀਮ ਕੋਰਟ ਆਖ ਰਿਹਾ ਤੇ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਨੇ। ਅੱਜ ਡੀਕੋਡ ਕਰਾਂਗੇ ਲਖੀਮਪੁਰ ਖੀਰੀ ਘਟਨਾ ਦੇ ਬਾਰੇ 'ਚ ਸੁਪਰੀਮ ਕੋਰਟ ਨੇ ਕੀ ਕਿਹਾ। ਸਾਡੇ ਨਾਲ ਨੇ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ। ਤਾਂ ਯਾਦਵਿੰਦਰ ਸਿੰਘ ਜੀ, ਸੁਪਰੀਮ ਕੋਰਟ ਦੀਆਂ ਸਖਤ ਟਿੱਪਣੀਆਂ योगी सरकार ਨੂੰ फटकार लगाई है, किस तरह देखते हो, किस तरह डीकोड करते हो? देखो सुप्रीम कोर्ट तो भी अगे गगन जे तुसी देखोगे गल वध चुकी हैगी। सुप्रीम कोर्ट का तो जो फर्ज बनता उन्हें निभाया अज, पर सब तो वड्डा जिहड़ा फर्ज निभाउण तो भज रही है वो आ मोदी सरकार। एक गल दसो कि किसी का प्यो गृह मंत्री होवे, गृह राज मंत्री है, तो मुंडे दे उत्ते पुलिस कार्रवाई कर दू? सारे IPS किहदे अंडर हुंदे ने? गृह मंत्री दे अंडर आ ना जिहड़ियां फाइलां जांदियां ने, यानी ਜਾਂ ਅਮਿਤ ਸ਼ਾਹ ਕੋਲ ਜਾਣਗੀਆਂ ਜਾਂ ਮਿਸ਼ਰਾ ਹੋਰਾਂ ਕੋਲ ਜਾਣਗੀਆਂ। ਤੇ ਇੱਥੇ ਤਾਂ ਕਿਸੇ ਦਾ ਮੁੰਡਾ, ਮਤਲਬ ਕਿਸੇ ਵੀ ਲੀਡਰ ਦਾ ਮੁੰਡਾ ਹੋਵੇ ਉਹਦੇ ਤੇ ਕਾਰਵਾਈ ਨਹੀਂ ਹੁੰਦੀ, ਆਮ ਲੀਡਰ ਹੋਵੇ। ਇਹ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ, ਇਸ ਕਰਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਅਸਤੀਫਾ ਲੈਣਾ ਚਾਹੀਦਾ। ਜੋ ਅਸਤੀਫਾ ਨਹੀਂ ਦਿੰਦੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਅਸਤੀਫਾ ਤਾਂ ਕੀ ਨਹੀਂ ਦਿੰਦੇ? ਹੁਣ ਅਮਿਤ ਸ਼ਾਹ ਨੇ ਬੁਲਾਇਆ, ਪਰ ਅਮਿਤ ਸ਼ਾਹ ਨੇ ਗੱਲਾਂ ਬਾਤਾਂ ਕਰਕੇ ਤੋਰਤੇ। ਇੰਨੀ ਵੱਡੀ ਘਟਨਾ ਹੋਈ ਹੋਵੇ ਇਸ ਦੇਸ਼ ਦੇ ਅੰਦਰ ਸਿਆਸਤ 'ਚ ਹੋਇਆ ਕਿ ਰੇਲ ਹਾਦਸਾ ਹੋ ਜਾਂਦਾ ਸੀ, ਲਾਲ ਬਹਾਦੁਰ ਸ਼ਾਸਤਰੀ ਵਰਗੇ ਲੋਕ ਰਿਜ਼ਾਈਨ ਕਰ ਦਿੰਦੇ ਸੀ ਨੈਤਿਕਤਾ ਦੇ ਆਧਾਰ 'ਤੇ। ਕਿੱਥੇ ਚਲੀ ਗਈ ਬੀਜੇਪੀ ਦੀ ਨੈਤਿਕਤਾ? ਕਿੱਥੇ ਗਈ ਹੈ ਇਹਨਾਂ ਦੀ ਨੈਤਿਕਤਾ? ਲੀਡਰਾਂ ਦਾ ਅਖਲਾਕ ਕਿੱਥੇ ਗਿਆ ਇਹਨਾਂ ਦਾ? ਇੱਕ ਐਡੀ ਵੱਡੀ ਘਟਨਾ ਹੋਈ, ਦੇਸ਼ 'ਚ ਹਾਹਾਕਾਰ ਮੱਚੀ ਹੈ, ਦੁਨੀਆ ਦੇ 'ਤੇ ਗੱਲ ਕਰ ਰਹੀ ਹੈ, ਤੇ ਇੱਕ ਮੰਤਰੀ ਦਾ ਮੁੰਡਾ ਪੇਸ਼ ਨਹੀਂ ਹੋ ਰਿਹਾ, ਤੇ ਮੰਤਰੀ ਸਾਹਿਬ ਕੁਰਸੀ 'ਤੇ ਬਰਾਜੇ ਹੋਏ ਨੇ। ਪਾਵਰਫੁਲ, ਸਭ ਤੋਂ ਪਾਵਰਫੁਲ ਮਹਿਕਮਾ ਕਿਹੜਾ ਹੁੰਦਾ? ਗ੍ਰਹਿ ਮੰਤਰਾਲਾ ਹੁੰਦਾ, ਜਿਹਦੇ ਅੰਡਰ ਸਾਰੀ ਪੁਲਿਸ ਆ, ਐਡਮਿਨਿਸਟ੍ਰੇਸ਼ਨ ਆ। ਜੇ ਉਹ ਗ੍ਰਹਿ ਮੰਤਰੀ ਰਹਿਣਗੇ ਕਿ ਉਹਨਾਂ ਦੇ ਮੁੰਡੇ ਤੇ ਕਾਰਵਾਈ ਹੋ ਸਕਦੀ ਹੈ, ਇਹ ਕਿਹਨੂੰ ਬੇਵਕੂਫ ਬਣਾ ਰਹੇ ਨੇ? ਉਹ ਬਿਲਕੁਲ ਵੀ ਨਹੀਂ ਹੋ ਸਕਦੀ। ਸਭ ਐਵੀਡੈਂਸ ਮੈਨੇਜ ਹੋ ਜਾਂਦੇ ਨੇ, ਸਭ ਕੁਝ ਮੈਨੇਜ ਹੋ ਜਾਂਦਾ। ਪੁਲਿਸ ਕੀ ਨਹੀਂ ਕਰਦੀ? ਪੁਲਿਸ ਤੋਂ ਆਪਾਂ ਨੂੰ ਪਤਾ, ਪੁਲਿਸ ਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ। ਪੁਲਿਸ ਤਾਂ ਕੀ ਦਾ ਕੀ ਬਣਾ ਦਿੰਦੀ ਹੈ।
ਇਹ ਤਾਂ ਆਪਣੇ ਦੇਖਦੇ ਹਾਂ, ਇੱਥੇ ਆਪਾਂ ਦੇਖਿਆ ਹੈਗਾ, ਪੰਜਾਬ ਦੇ ਅੰਦਰ ਦੇਖਿਆ, ਦੇਸ਼ 'ਚ ਆਪਾਂ ਦੇਖਦੇ ਹਾਂ। ਜਿਹਦੇ ਅੰਡਰ ਪੁਲਿਸ ਆ ਉਹਦੇ ਮੁੰਡੇ ਤੇ ਕਾਰਵਾਈ ਕਿਵੇਂ ਹੋ ਜੂ, ਕਦੇ ਜੀ ਨੇਪਾਲ, ਕਦੇ, ਇਹ ਤਾਂ ਵੈਸੀ ਖਬਰਾਂ ਨੇ। ਸਵਾਲ ਇਹ ਹੈਗਾ ਕਿ ਵੱਡੀ ਗੱਲ ਸਭ ਤੋਂ ਕੀ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਮਿਸ਼ਰਾ ਦਾ ਅਸਤੀਫਾ ਲੈਣਾ ਚਾਹੀਦਾ। ਜਦੋਂ ਤੱਕ ਮਿਸ਼ਰਾ ਇਸ ਅਹੁਦੇ ਤੇ ਬਣੇ ਰਹਿਣਗੇ, ਉਹਨਾਂ ਦੇ ਮੁੰਡੇ ਦੇ ਖਿਲਾਫ ਸਹੀ ਜਾਂਚ ਹੋ ਹੀ ਨਹੀਂ ਸਕਦੀ, ਸਹੀ ਇਨਕੁਆਇਰੀ ਉਹਨਾਂ ਦੇ ਮੁੰਡੇ ਦੇ ਖਿਲਾਫ ਨਹੀਂ ਹੋ ਸਕਦੀ। ਉਦੋਂ ਸਹੀ ਇਨਕੁਆਇਰੀ ਹੋਏਗੀ ਜਦੋਂ ਅਹੁਦੇ ਤੋਂ ਵੱਖ ਹੋਣਗੇ, ਜਦੋਂ ਅਹੁਦੇ ਦਾ ਐਡਾ ਵੱਡਾ ਪ੍ਰਭਾਵ ਆ, ਇੰਨਾ ਵੱਡਾ ਅਹੁਦਾ ਹੈਗਾ, ਤੇ ਉਸ ਅਹੁਦੇ ਤੋਂ ਡਰਦਿਆਂ ਕਿਹੜਾ ਪੁਲਿਸ ਵਾਲਾ ਕਾਰਵਾਈ ਕਰੇਗਾ। FIR ਤਾਂ ਹੋਊਗੀ, ਫਾਰਮੈਲਿਟੀ ਲਈ ਕਰਨੀ ਪਈ ਹੋਊਗੀ ਸਰਕਾਰ ਨੂੰ, ਪਰ ਇੰਨੇ ਵੱਡੇ ਅਹੁਦੇ ਤੇ ਬੈਠਾ, ਇੱਥੇ ਤਾਂ ਕੋਈ ਪਿੰਡ ਦਾ ਸਰਪੰਚ ਹੋਵੇ ਉਹਦੇ ਮੁੰਡੇ ਤੇ ਕਾਰਵਾਈ ਨਹੀਂ ਹੁੰਦੀ। ਆਪਾਂ ਦੇਖਦੇ ਹਾਂ ਸਿਸਟਮ ਨੂੰ, ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਜਿਹਦਾ ਜਿੱਥੇ ਹੱਥ ਪੈਂਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਹੜੀ ਸਿਆਸੀ ਧਿਰ ਨਾਲ ਖੜਾ, ਜਿਹਦੀ ਸਰਕਾਰ ਹੋਵੇ, ਸੱਤਾ ਹੋਵੇ, ਕੋਈ ਸੁਣਦਾ ਦੂਜੇ ਬੰਦੇ ਦੀ, ਆਮ ਬੰਦੇ ਦੀ ਕਿਤੇ ਨਹੀਂ ਸੁਣਵਾਈ ਹੁੰਦੀ। ਆਪਾਂ ਸਿਸਟਮ 'ਚ ਦੇਖਿਆ, ਉਹ ਤਾਂ ਇੰਨੇ ਵੱਡੇ ਅਹੁਦੇ ਤੇ ਬੈਠਾ, ਕੇਂਦਰੀ ਗ੍ਰਹਿ ਰਾਜ ਮੰਤਰੀ ਹੈ, ਉਹਦੀ ਸੁਣਵਾਈ ਕਿੱਥੇ ਹੋ ਜੂਗੀ। ਇਸ ਕਰਕੇ ਸ਼ਰਮਨਾਕ ਗੱਲ ਹੈ ਇਹ। ਸਭ ਤੋਂ ਪਹਿਲੀ ਗੱਲ ਇਹ ਹੋਣੀ ਚਾਹੀਦੀ ਹੈ, ਸੁਪਰੀਮ ਕੋਰਟ ਨੇ ਸਹੀ ਟਿੱਪਣੀਆਂ ਕੀਤੀਆਂ। ਸੁਪਰੀਮ ਕੋਰਟ ਨੇ ਕਿਹਾ ਕਿ ਜੇ ਆਮ ਘਰ ਦਾ ਮੁੰਡਾ ਹੋ, ਜੇ ਆਮ ਘਰ ਦੀ ਗੱਲ ਹੁੰਦੀ ਕਿ ਐਂ ਹੁੰਦਾ, ਕਿਉਂ ਨਹੀਂ ਹੁਣ ਤੱਕ ਅਰੈਸਟ ਹੋਈ, ਕਿਉਂ ਨਹੀਂ ਉਹ ਪੇਸ਼ ਹੋਇਆ। ਸਾਲਵੇ ਹੋਰਾਂ ਨੇ ਅੱਗੇ ਜਵਾਬ ਤੇ ਘਾਲਾ ਮਾਲਾ ਕਰਕੇ ਗੱਲ ਦਾ ਤੋੜ ਦਿੱਤਾ ਗਿਆ। ਸੁਪਰੀਮ ਕੋਰਟ ਸਖਤ ਹੋਈ ਆ, ਵਧੀਆ ਗੱਲ ਆ। ਚੀਫ ਜਸਟਿਸ ਨੇ ਬਹੁਤ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ, ਪਰ ਗੱਲ ਇਹ ਨਹੀਂ ਹੈ ਜਦੋਂ ਕਿਸੇ ਦੀ ਨੈਤਿਕਤਾ ਮਰ ਜਾਏਗੀ ਨਾ। ਪੋਲੀਟੀਕਲ ਕਲਾਸ ਦੀ ਨੈਤਿਕਤਾ ਮਰ ਚੁੱਕੀ ਹੈ, ਮੋਦੀ ਤੇ ਯੋਗੀ ਸਰਕਾਰ ਦੀ ਨੈਤਿਕਤਾ ਮਰ ਚੁੱਕੀ ਹੈ। ਨਹੀਂ ਤਾਂ ਇਹ ਬਹੁਤ ਮੋਰਲ ਗੱਲਾਂ ਕਰਦੇ ਹੁੰਦੇ ਸੀ, RSS ਬਹੁਤ ਮੋਰਲ ਗੱਲਾਂ ਕਰਦੀ ਸੀ, BJP ਬਹੁਤ ਮੋਰਲ ਗੱਲਾਂ ਕਰਦੀ ਹੁੰਦੀ ਸੀ। ਕਿੰਨੀ ਕੁ ਵੱਡੀ ਗੱਲ ਆ ਨਵਾਂ ਗ੍ਰਹਿ ਰਾਜ ਮੰਤਰੀ ਬਣਾਉਣਾ। ਜੇ ਤੁਸੀਂ ਇਸ ਮੰਨਦੇ ਹੋ ਇਹ ਘਟਨਾ FIR 'ਚ ਆ ਗਿਆ ਤੁਹਾਡੀ 'ਚ, ਜਾਂ ਤਾਂ ਕੋਈ ਦੂਜਾ ਕਹਿ ਰਿਹਾ ਹੋਏ, ਹੁਣ ਤਾਂ ਤੁਹਾਡੀ ਸਰਕਾਰ, ਤੁਹਾਡੀ ਪੁਲਿਸ, ਤੁਹਾਡੇ ਮੁਤਾਬਕ ਇਹ ਪਤਾ ਲੱਗ ਗਿਆ ਕਿ ਉਹਨੇ ਗੋਲੀਆਂ ਵੀ ਚਲਾਈਆਂ ਨੇ, ਉਹ ਭੱਜਿਆ ਵੀ ਹੈਗਾ, ਉਹ ਉੱਥੇ ਹੀ ਸੀਗਾ, ਉਹਦਾ ਪਿਓ ਇੰਟਰਵਿਊਆਂ ਦੇ ਰਿਹਾ, ਮੁੰਡਾ ਇੰਟਰਵਿਊਆਂ ਦੇ ਰਿਹਾ, ਅਰੈਸਟ ਹੋ ਨਹੀਂ ਰਹੀ। ਇਹ ਕੀ ਹੈਗਾ, ਡਰਾਮਾ ਹੋ ਰਿਹਾ। ਮਤਲਬ ਡੈਮੋਕ੍ਰੇਸੀ ਨੂੰ ਤੁਸੀਂ ਡਰਾਮਾ ਬਣਾਤਾ। ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਜਸਟਿਸ ਲਕੋਰੇ, ਤੇ ਉਹਨਾਂ ਦੀ ਵੀ ਇਹੀ ਟਿੱਪਣੀਆਂ ਕਿ ਜੇਕਰ ਗ੍ਰਹਿ ਰਾਜ ਮੰਤਰੀ ਅਸਤੀਫਾ ਨਹੀਂ ਦਿੰਦੇ ਤਾਂ ਉਹਨਾਂ ਨੂੰ ਕੈਬਨਿਟ ਚੋਂ ਬਾਹਰ ਕਰੋ, ਕਿਉਂਕਿ ਉਹਨਾਂ ਦਾ ਕੈਬਨਿਟ ਮੰਤਰੀ ਬਣੇ ਰਹਿਣਾ ਸਾਰੀ ਜਾਂਚ ਨੂੰ ਪ੍ਰਭਾਵਿਤ ਕਰੇਗਾ। ਹਾਂ ਬਿਲਕੁਲ, ਦੇਖੋ ਉਹਨਾਂ ਨੇ ਤਾਂ ਇਹ ਕਿਹਾ ਹੈਗਾ ਕਿ ਜੇ ਨਹੀਂ ਦੇ ਰਹੇ ਤਾਂ ਸਹਿ ਕਰ ਦਿਓ। ਸਵਾਲ ਤਾਂ ਇਹ ਆ ਕਿ ਇੰਨੇ ਵੱਡੇ ਜੱਜ, ਹੁਣ ਜੱਜ ਦੇ ਉੱਤੇ ਵੀ ਸਵਾਲ ਖੜੇ ਕਰ ਦਿਓ, ਕਹਿ ਦਿਓ ਕਿ ਜੀ ਇਹ ਤਾਂ ਫਲਾਨਾ ਗੈਂਗ ਆ, ਧਿਉਂਕਾ ਗੈਂਗ, ਜਿਹੜਾ ਆਪਾਂ ਦੇਖਦੇ ਆ ਗੋਦੀ ਮੀਡੀਆ ਵੀ ਕਰਦਾ, ਇਹ ਤਾਂ ਜੀ ਅਵਾਰਡ ਵਾਪਸੀ ਗੈਂਗ ਆ, ਇਹ ਤਾਂ ਜੀ ਸੈਕੂਲਰ ਗੈਂਗ ਆ। ਮਤਲਬ ਸੈਕੂਲਰ ਹੋਣਾ ਕਦੋਂ ਗੈਂਗ ਹੋ ਗਿਆ? ਸੈਕੂਲਰ ਹੋਣਾ ਤਾਂ ਇੱਕ ਪਛਾਣ ਹੁੰਦੀ ਸੀ, ਯਾਰ ਇਹ ਬੰਦਾ ਸਾਰੇ ਧਰਮਾਂ ਦੀ ਰਿਸਪੈਕਟ ਕਰਦਾ, ਸਾਰੇ ਮਜ਼ਹਬਾਂ ਦੀ, ਸਾਰੀਆਂ ਜਾਤਾਂ ਦੀ, ਸਭ ਦੀ ਇੱਕ ਰਿਸਪੈਕਟ ਕਰਨ ਵਾਲਾ ਬੰਦੇ ਨੂੰ ਇਹ ਕਿਹਾ ਜਾਂਦਾ ਸੀ। ਉਹਨੂੰ ਤੁਸੀਂ ਇਸ ਤਰੀਕੇ ਨਾਲ ਪੇਸ਼ ਕਰਕੇ ਹੁਣ ਇੱਕ ਜੱਜ, ਸੁਪਰੀਮ ਕੋਰਟ ਦਾ ਸਾਬਕਾ ਜੱਜ ਇਹ ਗੱਲ ਕਹਿ ਰਿਹਾ, ਉਹ ਵੀ ਇੱਕ ਹੋਰ ਕੀ ਕਰੇ। ਮਤਲਬ ਹੋਰ ਕੀ ਕਰਨਗੇ, ਬੁੱਧੀਜੀਵੀ ਕੀ ਕਰਨਗੇ? ਕੋਈ ਹਥਿਆਰ ਚੱਕ ਕੇ ਤਾਂ ਲੜਨ ਨਾ ਲੱਗੇ, ਉਹਨੂੰ ਤਾਂ ਟਿੱਪਣੀ ਦੱਸ ਹੀ ਸਕਦੇ ਆ ਨਾ, ਸਰਕਾਰ ਨੂੰ ਕਹਿ ਸਕਦੇ ਹੈਗੇ। ਹੁਣ ਜੇ ਸਰਕਾਰ ਨੇ ਕਿਸੇ ਦੀ ਸੁਣਨੀ ਵੀ ਨਹੀਂ, ਪੱਤਰਕਾਰਾਂ ਦਾ ਕੰਮ, ਬੁੱਧੀਜੀਵੀਆਂ ਦਾ ਕੰਮ, ਲੇਖਕਾਂ ਦਾ ਕੰਮ, ਇੰਟੈਲੈਕਚੁਅਲਾਂ ਦਾ ਕੰਮ ਕੀ ਹੁੰਦਾ ਗਾ? ਇਹੀ ਕੰਮ ਹੁੰਦਾ ਨਾ ਕਿ ਸਰਕਾਰ ਨੂੰ ਲੀਹ ਤੇ ਲੈ ਕੇ ਆਈ ਆਪਾਂ। ਸਾਨੂੰ ਪਤਾ ਡੈਮੋਕ੍ਰੇਸੀ ਇਹਦੇ 'ਚ ਘਾਟਾਂ ਵਾਧਾ ਰਹਿਣਗੀਆਂ, ਕੋਈ ਵੀ ਡੈਮੋਕ੍ਰੇਟਿਕ ਸਿਸਟਮ ਅਲਟੀਮੇਟ ਨਹੀਂ ਹੁੰਦਾ। ਵੈਸੇ ਦੁਨੀਆ ਤੇ ਕੁਝ ਅਲਟੀਮੇਟ ਨਹੀਂ ਹੁੰਦਾ ਗਾ, ਅਸੀਂ ਮੰਨਦੇ ਹਾਂ ਕਿ ਡੈਮੋਕ੍ਰੇਸੀ ਦੇ ਅੰਦਰ ਚੀਜ਼ਾਂ ਰਹਿੰਦੀਆਂ ਨੇ, ਅਲਟੀਮੇਟ ਕੁਝ ਨਹੀਂ ਹੁੰਦਾ ਗਾ। ਸਰਕਾਰਾਂ ਕਦੇ ਸਖਤ ਵੀ ਹੋ ਜਾਣਗੀਆਂ, ਕਦੇ ਲੋਕਾਂ ਦਾ ਪ੍ਰੈਸ਼ਰ ਬਣੂ, ਉਹ ਲੀਨੀਅੰਟ ਵੀ ਹੋ ਜਾਣਗੀਆਂ, ਹੈ ਨਾ, ਉਹ ਮਤਲਬ ਫਲੈਕਸੀਬਲ ਵੀ ਹੋਣਗੀਆਂ। ਪਰ ਅਸੀਂ ਇਹ ਪਹਿਲੀ ਸਰਕਾਰ ਦੇਖ ਰਹੇ ਹਾਂ ਜਿਹਦੇ 'ਚ ਮਤਲਬ ਪਰਵਾਹ ਹੀ ਨਹੀਂ ਕੀਤੀ ਜਾ ਰਹੀ ਕਿਸੇ ਚੀਜ਼ ਦੀ। ਅੱਛਾ, RSS ਨੈਤਿਕਤਾ ਦੀਆਂ ਬੜੀਆਂ ਗੱਲਾਂ ਕਰਦੀ ਹੈ, ਇੱਥੇ RSS ਵੀ ਕਿਤੇ ਨਾ ਕਿਤੇ ਯੋਗੀ ਸਰਕਾਰ ਦਾ, ਮੋਦੀ ਸਰਕਾਰ ਦਾ ਪੱਖ ਪੂਰਦੀ ਦਿਖਾਈ ਦੇ ਰਹੀ ਹੈ, ਤੇ ਇਹੀ ਜਿਹੀਆਂ ਟਿੱਪਣੀਆਂ ਆ ਰਹੀਆਂ ਨੇ। ਬਿਲਕੁਲ, ਮੈਂ ਤਾਂ ਕਹਿ ਰਿਹਾ RSS ਇੰਦਰੇਸ਼ ਹੋਰਾਂ ਦੀ ਆਈ ਹੈ ਟਿੱਪਣੀ, ਜਿਹੜੇ ਇਸੇ ਖਿੱਤੇ ਦੇ ਨਾਲ ਸੰਬੰਧ ਰੱਖਦੇ ਨੇ, ਇੱਥੇ ਪੈਕ 'ਚ ਪੜ੍ਹਦੇ ਰਹੇ ਨੇ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੋਂ ਕਿ ਜਿਹੜੀ ਗੱਲ ਤੱਥਾਂ ਦੇ ਆਧਾਰ ਦੇ ਉੱਤੇ ਜਸਟੀਫਾਈਡ ਹੋ ਗਈ। ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ ਕਿ ਪੋਲੀਟਿਕਸ ਹੋ ਰਹੀ ਹੈ, ਮੰਨ ਲਓ। ਪੋਲੀਟਿਕਸ ਕਿਸ ਗੱਲ ਲਈ ਹੋ ਰਹੀ ਹੈ? ਕੀ ਪੋਲੀਟਿਕਸ ਇਸ ਗੱਲ ਦੇ ਲਈ ਹੋ ਰਹੀ ਹੈ ਕਿ ਬੇਇਨਸਾਫੀ ਹੋ ਜੇ, ਜਾਂ ਪੋਲੀਟਿਕਸ ਇਸ ਗੱਲ ਰਹੀ ਹੋਈ ਇਨਸਾਫ ਮਿਲੇ? ਜੇ ਰਾਜਨੀਤੀ ਇਸ ਗੱਲ ਦੇ ਲਈ ਹੋ ਰਹੀ ਹੈ ਕਿ ਇਨਸਾਫ ਮਿਲੇ ਤਾਂ ਕੀ ਮਾੜੀ ਗੱਲ ਆ? ਉਹ ਕਹਿੰਦੇ ਰਾਜਨੀਤੀ ਹੋ ਰਹੀ ਹੈ। ਰਾਜਨੀਤੀ ਕਾਹਦੇ ਲਈ ਹੋ ਰਹੀ ਹੈ? ਇਨਸਾਫ ਲਈ, ਚੰਗੇ ਕੰਮ ਲਈ ਹੋ ਰਹੀ ਹੈ ਨਾ, ਮਾੜੇ ਕੰਮ ਲਈ ਤਾਂ ਹੋ ਨਹੀਂ ਰਹੀ। ਤੇ ਤੁਹਾਡੀ ਸਰਕਾਰ ਦੇ ਅੰਦਰ ਔਰ ਯੋਗੀ ਸਰਕਾਰ ਨੂੰ ਥਾਪੜਾ ਦਿੱਤਾ, ਯੋਗੀ ਸਰਕਾਰ ਦੀ FIR ਆ, ਸਭ ਕੁਝ ਕਲੀਅਰ ਆ, ਅਰੈਸਟ ਹੋ ਨਹੀਂ ਰਹੀ। ਕਿ ਕੋਈ ਹੋਰ ਬੰਦਾ ਹੁੰਦਾ, FIR ਦਰਜ ਹੋਣ ਤੋਂ ਪਹਿਲਾਂ ਅਰੈਸਟ ਹੁੰਦੀ, FIR ਬਾਅਦ ਚੋਂ ਦਰਜ ਹੁੰਦੀ, ਬਾਅਦ ਚੋਂ ਲਿਆ ਕੇ ਕਰ ਦਿੰਦੇ ਨੇ FIR ਦਰਜ, ਹੋਰ 120 'ਚ ਪਤਾ ਨਹੀਂ ਕਿੰਨੇ ਲੋਕਾਂ ਨੂੰ ਪਾ ਦਿੰਦੇ ਨੇ। ਇਸ ਕਰਕੇ ਸਵਾਲ ਇਹ ਹੈ ਕਿ ਜਿਹੜਾ ਨੈਤਿਕ ਤੌਰ ਦੇ ਉੱਤੇ ਇਹ ਲੋਕ, RSS ਜਿਹੜੀ ਹੈਗੀ, ਉਹਦਾ ਇੱਕ ਬਹੁਤ ਵੱਡਾ ਹਿਸਟਰੀ ਹੈ। ਹਮੇਸ਼ਾ ਉਹਨਾਂ ਦੇ ਜਿਹੜੇ ਭਾਸ਼ਣ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਨੇ ਕਿ ਪੋਲੀਟਿਕਸ ਕਹੀ ਜੀ ਹੋਣੀ ਚਾਹੀਦੀ ਹੈ, ਸਮਾਜ ਕਿਹੋ ਜਿਹਾ ਹੋਣਾ ਚਾਹੀਦਾ, ਭਾਰਤ ਕਿਹੋ ਜਿਹਾ ਹੋਣਾ ਚਾਹੀਦਾ,
ਲੋਕ ਕਹੇ ਜੇ ਹੋਣੀ ਚਾਹੀਦੀ ਆ, ਵਿਅਕਤੀ ਨਿਰਮਾਣ ਕਿਵੇਂ ਹੋਣਾ ਚਾਹੀਦਾ। ਤੇ ਜੇ ਲੋਕ ਐਡੀਆਂ ਐਡੀਆਂ ਨੈਤਿਕ ਗੱਲਾਂ ਕਰਦੇ ਨੇ ਕਿ ਉਹਨਾਂ ਨੂੰ ਹੁਣ ਨਹੀਂ ਪਤਾ, ਇੰਨੀਆਂ ਵੱਡੀਆਂ ਨੈਤਿਕ ਗੱਲਾਂ ਕਰਕੇ ਜਦੋਂ ਐਡਾ ਵੱਡਾ ਅਨੈਤਿਕ ਕੰਮ ਹੋਇਆਗਾ ਕਿ ਆਰਐਸਐਸ ਨੂੰ ਨਹੀਂ ਦਿਖਦਾ ਇਹ ਅਨੈਤਿਕ ਕੰਮ ਆ, ਕਿ ਆਰਐਸਐਸ ਨੂੰ ਨਹੀਂ ਦਿਖਦਾ ਇਹ ਗਲਤ ਆ। ਗਲਤ ਨੂੰ ਗਲਤ ਕਹਿਣਾ ਤੇ ਸਹੀ ਨੂੰ ਸਹੀ ਕਹਿਣਾ ਹੀ ਠੀਕ ਹੁੰਦਾ ਗਾ। ਜਿਹੜੇ ਲੋਕ ਦੁਨੀਆ ਦੇ ਉੱਤੇ ਵੱਡੇ ਕੌਣ ਹੁੰਦੇ ਨੇ ਬੰਦੇ, ਉਹਨਾਂ ਨੂੰ ਕਹਿੰਦੇ ਆਪਾਂ ਯਾਰ ਜਿਹੜਾ ਗਲਤ ਨੂੰ ਗਲਤ ਕਹਿੰਦਾ, ਠੀਕ ਨੂੰ ਠੀਕ ਕਹਿੰਦਾ ਗਾ। ਇਹ ਕੰਮ ਆ ਇਹ ਜੀ ਵੱਡੀ ਆਰਗੇਨਾਈਜੇਸ਼ਨ ਦਾ। ਤੁਸੀਂ ਤੇ ਸਰਕਾਰ ਦੀ ਬੋਲੀ ਬੋਲਣ ਲੱਗੇ। ਆਰਐਸਐਸ ਕਦੇ ਸਰਕਾਰ ਦੀ ਬੋਲੀ ਨਹੀਂ ਬੋਲਦੀ ਹੁੰਦੀ ਸੀ। ਬੀਜੇਪੀ ਦੀ ਸਰਕਾਰ ਰਹੀ ਹੈ, ਵਾਜਪਾਈ ਦੇ ਦੌਰ 'ਚ ਦੇਖ ਲਓ, ਗੋਵਿੰਦਾਚਾਰੀਆ ਦਾ ਦੌਰ ਦੇਖੋ, ਸਾਰੇ ਜਦੋਂ ਕਿੰਨਾ ਲੜਾਈਆਂ ਹੋਈਆਂ ਅੰਦਰ, ਸਵਦੇਸ਼ੀ ਜਾਗਰਣ ਮੰਚ ਤੋਂ ਲੈ ਕੇ ਤਮਾਮ ਚੀਜ਼ਾਂ। ਸਵਾਲ ਇਹ ਹੈਗਾ ਕਿ ਤੁਹਾਡੀ ਨੈਤਿਕਤਾ ਹੁਣ ਕਿੱਥੇ ਗਈ ਹੋਈ ਹੈ। ਤੁਸੀਂ ਕਿਉਂ ਉਸ ਗੱਲ ਨੂੰ ਖੋ ਕੇ ਕਹਿ ਰਹੇ ਹੋਗੇ ਕਿ ਨਹੀਂ ਜੀ ਅਸੀਂ ਕੀ ਆ, ਸਰਕਾਰਾਂ ਨੇ ਆਉਣਾ ਜਾਣਾ, ਇਹ ਦੇਸ਼ ਵੱਡਾ, ਇਹ ਸਮਾਜ ਵੱਡਾ, ਲੋਕ ਵੱਡੇ ਨੇ ਇੱਥੇ, ਸਰਕਾਰਾਂ ਨੇ ਆਉਣਾ ਜਾਣਾ। ਇੱਥੇ ਬਹੁਤ ਸਾਰੀਆਂ ਸਰਕਾਰਾਂ ਆਈਆਂ ਨੇ, ਬਹੁਤ ਸਾਰੀਆਂ ਗਈਆਂ ਨੇ। ਸਿਸਟਮ ਨੂੰ ਐ ਨਾ ਬਣਾਓ ਕਿ ਲੋਕ ਅੱਕ ਜਾਣ। ਫਿਰ ਤੁਸੀਂ ਕਹਿੰਦੇ ਲੋਕ ਬਗਾਵਤਾਂ ਕਰਦੇ ਨੇ, ਲੋਕ ਬਗਾਵਤਾਂ ਤੇ ਉਤਰੇ ਆਉਂਦੇ ਨੇ। ਅੱਕੇ ਹੋਏ ਲੋਕ ਹੀ ਉਤਰਦੇ ਨਾ। ਜੇ ਸਿਸਟਮ 'ਚ ਇਨਸਾਫ ਮਿਲਦਾ ਰਹੇ, ਸਿਸਟਮ ਜਸਟੀਫਾਈਡ ਹੋਵੇ ਤਾਂ ਬੰਦਾ ਗਲਤ ਰਾਹ ਨਹੀਂ ਪੈਂਦਾ। ਦੁਨੀਆ ਦੇ ਅੰਦਰ ਜਿਹੜਾ ਬੰਦਾ ਗਲਤ ਰਾਹ ਪਿਆ ਕਦੇ, ਉਹਦੀ ਹਿਸਟਰੀ ਕੱਢ ਕੇ ਦੇਖ ਲਿਓ ਤੁਸੀਂ, ਮੂਵਮੈਂਟਾਂ ਦੇਖ ਲਓ ਤੁਸੀਂ, ਕਦੋਂ ਜਾਂਦੇ ਆ ਜਦੋਂ ਲੱਗਦਾ ਕਿ ਭਾਈ ਹੁਣ ਤਾਂ ਅੱਤ ਹੋ ਗਈ, ਸਾਡੇ ਤਾਂ ਗੱਲ ਹੀ ਨਹੀਂ ਸੁਣੀ ਜਾ ਰਹੀ। ਤਾਂ ਕੀ ਇਹੋ ਜਿਹਾ ਮਾਹੌਲ ਚਾਹੁੰਦੀ ਆਰਐਸਐਸ ਦੇਸ਼ 'ਚ? ਕੀ ਇਹੋ ਜਿਹਾ ਮਾਹੌਲ ਚਾਹੁੰਦੀ ਹੈ ਯੋਗੀ ਸਰਕਾਰ ਜਾਂ ਮੋਦੀ ਸਰਕਾਰ? ਜੇ ਚਾਹੁੰਦੇ ਆ ਤਾਂ ਦੱਸਦੇ, ਨਹੀਂ ਚਾਹੁੰਦੇ ਤਾਂ ਘੱਟੋ ਘੱਟ ਇਨਸਾਫ ਹੋਣਾ ਚਾਹੀਦਾ। ਤੁਹਾਨੂੰ ਪਤਾ ਜ਼ੁਲਮ ਹੋਇਆਗਾ, ਤੁਹਾਡੀ ਐਫਆਈਆਰ ਕਹਿ ਰਹੀ ਹੈ ਜ਼ੁਲਮ ਹੋਇਆ, ਤੁਹਾਡੀ ਸਰਕਾਰ ਦੀ ਐਫਆਈਆਰ, ਪੁਲਿਸ ਦੀ ਐਫਆਈਆਰ ਕਹਿ ਰਹੀ ਹੈ ਕਿ ਬਹੁਤ ਵੱਡਾ ਜ਼ੁਲਮ ਹੋਇਆਗਾ। ਉਹ ਜ਼ੁਲਮ ਦੇ ਉੱਤੇ ਕਾਨੂੰਨੀ ਤਰੀਕੇ ਨਾਲ ਕੌਣ ਕਹਿੰਦਾ ਹੈਗਾ ਕਿ ਉਹਨਾਂ ਨੂੰ ਫਾਂਸੀ ਚੜਾ ਦਿਓ? ਜੋ ਕਾਨੂੰਨ ਦੇ ਮੁਤਾਬਕ ਬਣਦਾ ਉਹਨਾਂ ਤੇ ਕਾਰਵਾਈ ਹੋਵੇ, ਜੋ ਕਾਨੂੰਨ ਕਹਿੰਦਾ ਹੈਗਾ। ਐਂ ਤਾਂ ਕੋਈ ਕਹਿੰਦਾ ਨਹੀਂ ਗਾ ਨਾ ਕਿ ਲਾਅ ਤੋਂ ਬਿਨਾਂ ਹੀ ਉਹਨਾਂ ਨੂੰ ਚੱਕ ਕੇ ਜੀ ਫਾਂਸੀ ਤੇ ਹੁਣੇ ਚੜਾ ਦਿਓ। ਐਂ ਤਾਂ ਕਿਸੇ ਨੇ ਨਹੀਂ ਕਿਹਾ, ਨਾ ਕਿਸਾਨਾਂ ਨੇ ਕਿਹਾ, ਨਾ ਪਰਿਵਾਰਾਂ ਨੇ ਵੀ ਨਹੀਂ ਕਿਹਾ। ਉਹਨਾਂ ਨੇ ਕਿਹਾ ਸਖਤ ਤੋਂ ਸਖਤ। ਭੈਣਾਂ ਵਿਚਾਰੀਆਂ ਰੋ ਰਹੀਆਂ ਸੀ ਜਿਨ੍ਹਾਂ ਦਾ ਭਰਾ ਚਲਾ ਗਿਆ। ਰੋਂਦੀਆਂ ਭੈਣਾਂ ਨੇ ਕੀ ਕਿਹਾ? ਇਹੀ ਕਿਹਾ ਨਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। ਉਹ ਤਾਂ ਨਹੀਂ ਹੋਏ ਉਹ ਜਿਹੇ ਹੋਏ ਪਏ ਨੇ। ਇਸ ਕਰਕੇ ਸ਼ਰਮ ਹੋਣੀ ਚਾਹੀਦੀ ਹੈ, ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਆ। ਗ੍ਰਿਫਤਾਰੀ ਦੇ ਨਾਲ ਜਿਹੜਾ ਮੈਂ ਪਹਿਲਾਂ ਵੀ ਕਿਹਾ ਸੀ, ਫਾਸਟ ਟਰੈਕ ਕੋਰਟ, ਇਹ ਮਾਮਲਾ ਆਮ ਮਾਮਲਾ ਨਹੀਂ ਹੈ ਵੀ ਇੱਥੇ 10 ਸਾਲ 15 ਸਾਲ ਲੋਕ ਲੰਮਕੀ ਜਾਣ। ਇਹਨੂੰ ਫਾਸਟ ਟਰੈਕ ਕੋਰਟ 'ਚ ਲਿਜਾ ਕੇ ਇਹਦਾ ਫੈਸਲਾ ਜਲਦੀ ਤੋਂ ਜਲਦੀ ਹੋਣਾ ਚਾਹੀਦਾ। ਪਾਵਰਫੁਲ ਬੰਦਾ ਜਿਹੜਾ ਉਹਦੇ ਪਿੱਛੇ ਖੜਾ ਹੈਗਾ, ਉਹਦਾ ਪਿਓ, ਉਹਦਾ ਅਸਤੀਫਾ ਲੈਣਾ ਚਾਹੀਦਾ। ਜਦੋਂ ਤੱਕ ਅਹੁਦੇ 'ਤੇ ਰਹੇਗਾ, ਪਰਿਵਾਰਾਂ ਦੇ ਨਾਲ ਇਨਸਾਫ ਬਿਲਕੁਲ ਨਹੀਂ ਹੋਗਾ। ਸੰਯੁਕਤ ਕਿਸਾਨ ਮੋਰਚੇ ਨੂੰ ਵੀ ਇਹ ਮੰਗ ਕਰਨੀ ਚਾਹੀਦੀ ਹੈ, ਕਰ ਵੀ ਰਿਹਾ ਹੈਗਾ। ਲੀਡਰਾਂ ਨੂੰ, ਕਿਸਾਨ ਲੀਡਰਾਂ ਨੂੰ ਔਰ ਕਿਸਾਨਾਂ ਨੂੰ, ਸਾਰੇ ਜਿਹੜੇ ਦੁਨੀਆ ਭਰ 'ਚ ਬੈਠੇ ਨੇ, ਉਹਨਾਂ ਨੂੰ ਕਹਿਣਾ ਚਾਹੀਦਾ ਕਿ ਇਹਨੂੰ ਅਹੁਦੇ ਤੋਂ ਵੱਖ ਕਰੋ। ਇਹ ਕੰਪੇਨ ਚਲਾਉਣੀ ਚਾਹੀਦੀ ਹੈ ਕਿ ਇਹਦਾ ਅਸਤੀਫਾ ਹੋਣਾ ਚਾਹੀਦਾ। ਜਦੋਂ ਤੱਕ ਇਹਦਾ ਅਸਤੀਫਾ ਨਹੀਂ ਹੋਏਗਾ, ਕੋਈ ਕਹੇ ਇਨਸਾਫ ਹੋ ਜਾਏਗਾ, ਬਿਲਕੁਲ ਨਹੀਂ ਹੋਏਗਾ। ਮੈਂ ਅੱਜ ਦੱਸ ਦਿੰਦਾ ਤੁਹਾਨੂੰ, ਸਭ ਕੁਝ ਮੈਨੇਜ ਹੋ ਜਾਂਦਾ, ਸਭ ਐਵੀਡੈਂਸ, ਸਭ ਕੁਝ ਮੈਨੇਜ ਹੋ ਜਾਂਦਾ। ਅਸੀਂ ਦੇਖਿਆ ਹੈਗਾ, ਵੱਡੇ ਵੱਡੇ ਕੇਸਾਂ 'ਚ ਮੈਨੇਜ ਕਰ ਲੈਂਦੇ ਨੇ। ਪਰਿਵਾਰ ਰੋਂਦਾ ਕਰਲਾਉਂਦਾ ਇਨਸਾਫ ਮੰਗ ਰਿਹਾ। ਵਿਰੋਧੀ ਧਿਰਾਂ ਵੀ ਜੇ ਆਵਾਜ਼ ਚੱਕਦੀਆਂ ਨੇ ਪੀੜਤਾਂ ਦੇ ਲਈ ਤਾਂ ਉਹਨਾਂ ਨੂੰ ਕਹਿੰਦਾ ਸਿਆਸਤ ਕਰਦੇ ਨੇ। ਗੱਲ ਸਿਆਸਤ ਦੀ ਕਰ ਲਈਏ ਤਾਂ 2022 ਦੇ ਵਿੱਚ ਚੋਣਾਂ ਨੇ, ਤਾਂ ਇਸ ਦਾ ਸਿਆਸੀ ਪ੍ਰਭਾਵ ਕੀ ਰਹੇਗਾ? ਕਿਉਂਕਿ ਬੀਜੇਪੀ ਬਾਰੇ ਤਾਂ ਇਹ ਮੰਨਿਆ ਜਾਂਦਾ ਨਾ ਕਿ ਪੋਲਰਾਈਜੇਸ਼ਨ ਕਰ ਲੈਂਦੇ ਨੇ। ਪੋਲਰਾਈਜੇਸ਼ਨ ਕਿਹਦੀ ਹੋਏਗੀ? ਹਿੰਦੂਆਂ ਦੀ। ਬੀਜੇਪੀ ਦੇ ਯੂਪੀ ਦੇ ਵਿੱਚ ਸਿੱਖ ਵੋਟ ਕਿੰਨੀ ਕੁ ਆ, ਤਾਂ ਇਹਦਾ ਸਿਆਸੀ ਪ੍ਰਭਾਵ ਕੀ ਰਹੇਗਾ? ਬਿਲਕੁਲ ਦੇਖੋ, ਆਮ ਬੰਦੇ ਤਾਂ ਮੇਰਾ ਇਹ ਮੰਨਣਾ ਹੈਗਾ ਕਿ ਆਮ ਹਿੰਦੂ, ਆਮ ਸਿੱਖ, ਆਮ ਕ੍ਰਿਸਚਨ, ਆਮ ਬੋਧੀ ਜੈਨੀ, ਸਭ ਉਹਨਾਂ 'ਚ ਕਦੇ ਕੋਈ ਐ ਨਹੀਂ ਹੁੰਦਾ। ਪਰ ਜਦੋਂ ਭਾਵਨਾਵਾਂ ਨੂੰ ਭੜਕਾਇਆ ਜਾਂਦਾ ਹੈ ਨਾ, ਕੋਈ ਐ ਨਹੀਂ ਹੁੰਦਾ ਕੋਈ ਸਿੱਖ ਫਿਰਕਾ ਪ੍ਰਸਤਾ, ਕੋਈ ਹਿੰਦੂ ਫਿਰਕਾ ਪ੍ਰਸਤਾ, ਕੋਈ ਮੁਸਲਮ, ਕੋਈ ਐ ਨਹੀਂ ਹੁੰਦਾ। ਜਦੋਂ ਕਿਸੇ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਗੇਮ ਖੇਡੀ ਜਾਂਦੀ ਹੈ, ਜਦੋਂ ਇਹ ਕਿਹਾ ਜਾਏਗਾ ਚੰਦ ਸਿੱਖ ਸਾਨੂੰ ਤੰਗ ਕਰ ਰਹੇ ਨੇ, ਤਾਂ ਉੱਥੇ ਧਰੂਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮੇਸ਼ਾ ਨੂੰ ਮਿਲ ਕੇ ਮਿਸ਼ਰਾ ਹੋਰੀ ਨਿਕਲੇ ਆਉਂਦੇ ਨੇ, ਕੁਝ ਵੀ ਨਹੀਂ ਹੁੰਦਾ। ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਇਹ ਹੈ ਕਿ ਇੱਕ ਸੁਨੇਹਾ ਦਿੱਤਾ ਜਾ ਰਿਹਾ, ਅਸੀਂ ਕੁਝ ਵੀ ਕਰਾਂਗੇ, ਅਸੀਂ ਉਹਦਾ ਪੋਲਰਾਈਜੇਸ਼ਨ ਕਰ ਲਾਂਗੇ। ਘਟਨਾ ਵਾਪਰ ਗਈ, ਹੁਣ ਇਹਦਾ ਅਸੀਂ ਧਰੂਵੀਕਰਨ ਕਰ ਲਾਂਗੇ। ਹੁਣ ਅਸੀਂ ਕਹਾਂਗੇ ਤਾਂ ਚੰਦ ਲੋਕ ਨੇ, ਇਹ ਸਾਡੇ ਲਈ ਥ੍ਰੈਟ ਨੇ। ਇਹ ਦੇਸ਼ ਤਾਂ ਸਭ ਦਾ ਹੈਗਾ। ਇਹ ਜਿਹੜੇ ਜੋ ਲੋਕ ਗਏ ਵਿਚਾਰੇ, ਲਖਮੀਰਪੁਰ ਖੀਰੀ ਕਿਵੇਂ ਵਸੇ ਨੇ? ਇਹ ਜੰਗਲ 'ਚ ਕੋਈ ਵੜਦਾ ਸੀ? ਇਹ ਜ਼ਮੀਨਾਂ ਕਿਵੇਂ ਆਬਾਦ ਕੀਤੀਆਂ ਇਹਨਾਂ ਨੇ? ਆਪਦਾ ਖੂਨ ਡੋਲ ਕੇ ਆਬਾਦ ਕੀਤੀਆਂ ਜ਼ਮੀਨਾਂ ਨੇ। ਉਹ ਜਿਹੜੇ ਖਿੱਤੇ 'ਚ ਬੈਠੇ ਨੇ ਲਖੀਮਪੁਰ ਖੀਰੀ ਦੇ ਕਿਸਾਨ, ਇਹ ਖੂਨ ਡੋਲ ਕੇ ਆਬਾਦ ਕੀਤੀਆਂ ਹੋਈਆਂ ਜ਼ਮੀਨਾਂ ਨੇ। 60ਵੇਂ ਦੇ ਦੌਰ 'ਚ ਜਾ ਕੇ ਇਹਨਾਂ ਨੇ ਵਿਚਾਰਿਆਂ ਨੇ ਕਿੰਨੀ ਉੱਥੇ ਮਿਹਨਤ ਕੀਤੀ। ਅਤੇ ਅੱਜ ਉਹਨਾਂ ਨੂੰ ਹੁਣ ਤੁਸੀਂ ਘੱਟ ਗਿਣਤੀ ਦਿਖਾ ਕੇ, ਜਿਵੇਂ ਮੁਸਲਮਾਨ ਦਿਖਾ ਕੇ ਹਿੰਦੂਆਂ ਨੂੰ ਉਹ ਕਰਦੇ ਹੋ, ਮੁਸਲਮਾਨਾਂ ਦੀ ਆਬਾਦੀ ਵੱਧ ਰਹੀ ਹੈ, ਇਹ ਹੋ ਰਿਹਾ, ਡਰਾ ਕੇ। ਫਿਰ ਕਦੇ ਸਿੱਖਾਂ ਦੇ ਨਾਂ ਦੇ ਉੱਤੇ, ਕਦੇ ਕ੍ਰਿਸਚਨਾਂ ਦੇ ਨਾਂ ਦੇ ਉੱਤੇ ਧਰੂਵੀਕਰਨ ਦੀ ਰਾਜਨੀਤੀ ਹੁੰਦੀ ਹੈ। ਬਹੁ ਗਿਣਤੀ ਦੇ ਸੈਂਟੀਮੈਂਟ ਨੂੰ ਮਤਲਬ ਉਹ ਕੀਤਾ ਜਾਂਦਾ। ਮੈਂ ਅੱਜ ਵੀ ਕਹਿਣਾ ਗਾ ਕਿ ਆਮ ਹਿੰਦੂ, ਆਮ ਸਿੱਖ, ਆਮ ਕਦੇ ਕੋਈ ਬੰਦਾ ਫਿਰਕਾ ਪ੍ਰਸਤ ਨਹੀਂ ਹੁੰਦਾ। ਸਾਰੇ ਭਰਾ ਨੇਗੇ, ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ, ਕਦੇ ਕਿਸੇ 'ਚ ਕੋਈ ਨਫ਼ਰਤ ਨਹੀਂ ਹੈ। ਪਰ ਮੌਕਿਆਂ ਦੇ ਉੱਤੇ 47 ਵੇਲੇ, 84 ਵੇਲੇ, ਬਾਬਰੀ ਵੇਲੇ, ਗੁਜਰਾਤ ਵੇਲੇ, ਕੰਧਮਾਲ ਵੇਲੇ, ਹੁਣ ਲਖੀਮਪੁਰ ਖੀਰੀ ਵੇਲੇ, ਉਦੋਂ ਇਹ ਫਿਰ ਉਹ
ਜਿਹੜਾ ਬਹੁ ਗਿਣਤੀ ਵਰਗ ਹੁੰਦਾ ਉਹਦੀਆਂ ਭਾਵਨਾਵਾਂ ਨੂੰ ਐਕਸਪਲਾਇਟ ਕਰਦੇ ਨੇ, ਸ਼ੋਸ਼ਣ ਕਰਦੇ ਨੇ ਉਹਨਾਂ ਦਾ, ਵੀ ਆਪਾਂ ਤਾਂ ਇੱਥੇ ਇੰਨੇ ਆ, ਆਪਣੀ ਤਾਂ ਐਡੀ ਵੱਡੀ ਗਿਣਤੀ ਹੈ, ਇਹ ਤਾਂ ਸਿੱਖ ਉੱਥੋਂ ਆਏ ਹੋਏ, ਇਹੋ ਜਿਹੀਆਂ ਗੱਲਾਂ ਕਰਨਗੇ। ਇਹ ਗੱਲਾਂ ਕਰਕੇ ਉੱਥੇ ਪੋਲਰਾਈਜੇਸ਼ਨ ਦੀ ਇਹਦਾ ਧਿਆਨ ਰੱਖਣਾ ਚਾਹੀਦਾ। ਇਹਦੀ ਕਾਊਂਟਰ ਜਿਹੜਾ ਹੈਗਾ ਕਰਨਾ ਕੀ ਚਾਹੀਦਾ ਪੋਲੀਟੀਕਲ ਪਾਰਟੀਆਂ ਨੂੰ, ਜਿਹੜੀਆਂ ਪਾਰਟੀਆਂ ਨੂੰ ਚਾਹੀਦਾ ਤਾਂ ਇਹ ਸੀਗਾ, ਜਿਹੜੀਆਂ ਜਾ ਰਹੀਆਂ ਨੇ ਵਿੱਚ ਡਰਾਮੇਬਾਜ਼ੀ ਚੱਲ ਰਹੀ ਹੈ ਬਹੁਤ ਸਾਰੀਆਂ ਪਾਰਟੀ, ਲਗਭਗ ਸਾਰੀਆਂ ਸਿਆਸੀ ਪਾਰਟੀਆਂ ਡਰਾਮੇਬਾਜ਼ੀ ਕਰ ਰਹੀਆਂ, ਲਗਭਗ ਸਾਰੀ ਸਿਆਸੀ ਪਾਰਟੀ। ਮਤਲਬ ਠੀਕ ਆ, ਕੰਸਰਨ ਹੋ, ਅਸੀਂ ਨਹੀਂ ਕਹਿੰਦੇ ਨਹੀਂ ਜਾਣਾ ਚਾਹੀਦਾ, ਬਿਲਕੁਲ ਆਜ਼ਾਦੀ ਹੈ, ਸਾਰੀਆਂ ਪਾਰਟੀਆਂ ਜਾਣ। ਯਾਰ ਕੋਈ ਕੰਸਰਨ ਰੱਖੋ ਨਾ, ਜੇ ਤੁਹਾਨੂੰ ਲੱਗਦੀ ਆ ਵੀ ਮੋਦੀ ਸਰਕਾਰ ਇੰਨੀ ਆ, ਉੱਥੇ ਜਾ ਕੇ ਕੋਈ ਰੈਲੀਆਂ ਕਰੋ, ਪ੍ਰੈਜੈਂਸ ਦਿਖਾਓ, ਇਲਾਕੇ 'ਚ ਜਾ ਕੇ ਘੁੰਮ ਕੇ ਦੱਸੋ ਲੋਕਾਂ ਨੂੰ ਘਰ ਘਰ ਵੜ ਕੇ ਕਿ ਇਹ ਕੌਣ ਨੇ, ਨਾ ਕਿ ਇਹ ਹੈਗਾ ਕਿ ਤੁਸੀਂ ਇੱਕ ਫੋਟੋ ਮਿਲੀ ਜਿਹੜੀ ਹੈ ਨਾ ਕਿ ਇੱਕ ਫੋਟੋ ਅਪਰਚੁਨਿਟੀ ਹੈ ਜੀ, ਫੋਟੋ ਅਪਰਚੁਨਿਟੀ ਲੈ ਕੇ ਫੋਟੋਆਂ ਪਾ ਕੇ ਤੁਹਾਡੇ ਫੇਸਬੁੱਕਾਂ ਪੇਜਾਂ 'ਤੇ ਪੈ ਜਾਂਦੀਆਂ, ਖੁਸ਼ ਹੋ ਜਾਂਦੇ ਤੁਸੀਂ ਸਾਰੀਆਂ ਪਾਰਟੀਆਂ। ਚਾਹੀਦਾ ਤਾਂ ਇਹ ਹੈ ਜੇ ਤੁਸੀਂ ਦਿਲੋਂ ਉਹਨਾਂ ਨਾਲ ਕੰਸਰਨ ਰੱਖਦੇ ਹੋ, ਉਹਨਾਂ ਇਲਾਕਿਆਂ 'ਚ, ਉਹ ਵਿਚਾਰੇ ਉੱਥੇ ਬੈਠੇ ਨੇ, ਉਹਨਾਂ ਨੇ ਉੱਥੇ ਹੀ ਰਹਿਣਾ, ਇਹ ਤਾਂ ਆ ਜਾਣਗੇ। ਉਹਨਾਂ ਦੀ ਲੜਾਈ ਕੌਣ ਲੜੇਗਾ ਉੱਥੇ? ਜਾਂ ਤਾਂ ਉਹਨਾਂ ਦੀ ਲੜਾਈ ਲੜੋ ਵਿਚਾਰਿਆਂ ਦੀ, ਉਹਨਾਂ ਦੇ ਨਾਲ ਖੜੇ ਹੋ, ਔਰ ਉਹਨਾਂ ਨੂੰ ਲੀਗਲ ਅਸਿਸਟੈਂਸ। ਮੈਂ ਵਾਰ-ਵਾਰ ਕਹਿਣਾ ਹੁਣ ਇਹ ਨਹੀਂ ਹੁੰਦਾ ਜੀ ਐਂ ਜੀ ਸੰਘਰਸ਼ ਇਕੱਲਾ, ਸੰਘਰਸ਼ ਵੀ ਚਾਹੀਦਾ, ਨਾਲ ਕਾਨੂੰਨੀ ਪੱਖ ਆ ਜਿਹੜਾ ਉਹ ਮਜ਼ਬੂਤ ਚਾਹੀਦਾ। ਵੱਡੇ ਟੌਪ ਦੇ ਵਕੀਲ ਆ ਜਿਹੜੇ, ਉਹਨਾਂ ਨੂੰ ਜਾ ਕੇ ਮਿਲਣ, ਮੋਰਚਾ ਮਦਦ ਕਰੇ, ਲੀਡਰ ਮਦਦ ਕਰਨ ਜਿਹੜੇ ਜਾਂਦੇ ਨੇ ਉੱਥੇ। ਇਸ ਕਰਕੇ ਸਿਰਫ ਫੋਟੋ ਅਪਰਚੁਨਿਟੀ ਤੱਕ ਸੀਮਿਤ ਨੇ। ਚਾਹੀਦਾ ਹੈ ਕਿ ਜੇ ਤੁਹਾਨੂੰ ਲੱਗਦਾ ਵਾਕਈ ਬੀਜੇਪੀ ਇਹ ਕਰ ਰਹੀ ਹੈ ਤਾਂ ਬੀਜੇਪੀ ਖਿਲਾਫ ਪੋਲਿਟਿਕਸ ਉੱਥੇ ਖੜੀ ਕਰਕੇ ਦਿਖਾਓ। ਜਿਹੜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਕਰ ਹੀ ਸਕਦੀਆਂ ਨੇ, ਕਾਂਗਰਸ ਤਾਂ ਕਰ ਹੀ ਸਕਦੀ ਹੈ, ਪਰ ਕਾਂਗਰਸ ਵੀ ਕੀ ਕਰ ਰਹੀ ਹੈ? ਅਪਰਚੁਨਿਟੀ, ਸਾਰੀਆਂ ਹੀ ਪਾਰਟੀਆਂ। ਇਸ ਕਰਕੇ ਲੋਕਾਂ ਦੇ ਨਾਲ ਦਰਦ ਰੱਖੋ। ਮੈਂ ਅਕਸਰ ਕਹਿਣਾ ਹੁੰਦਾ, ਜਿਹੜਾ ਤੁਸੀਂ ਇਹ PR ਨੂੰ, ਹਰ ਚੀਜ਼ ਨੂੰ ਐ ਕਰਕੇ ਫੋਟੋ, ਤੁਹਾਨੂੰ ਲੱਗਦਾ ਹੈਗਾ ਇੰਨੇ ਬੇਵਕੂਫ ਨਹੀਂ ਹੈਗੇ ਲੋਕ। ਜੇ ਤੁਸੀਂ ਦਿਲੋਂ ਹੋਵੋਗੇ ਨਾ, ਦਿਲੋਂ ਕੋਈ ਗੱਲ ਹੋਏਗੀ ਤਾਂ ਵਾਕਈ ਚੀਜ਼ਾਂ ਸਿੱਧੇ ਤਰੀਕੇ ਵੱਲ ਜਾਣਗੀਆਂ। ਜੇ ਤੁਸੀਂ ਦਿਲੋਂ ਕਰ ਰਹੇ ਹੋਵੋਗੇ, ਕਿਸੇ ਨੂੰ ਕਹਿਣ ਦੀ ਲੋੜ ਪਈ, ਜਦੋਂ ਤੁਸੀਂ ਸੱਚੇ ਹੋ ਤੁਹਾਨੂੰ ਕਹਿਣ ਦੀ ਲੋੜ ਨਹੀਂ, ਮੈਂ ਸੱਚਾਂਗਾ। ਜੇ ਤੁਸੀਂ ਸੱਚੇ ਹੋ ਤਾਂ ਲੋਕਾਂ ਨੂੰ ਪਤਾ ਲੱਗ ਜੂ, ਤੁਹਾਡੇ ਚਿਹਰਿਆਂ ਤੋਂ ਪਤਾ ਲੱਗ ਜੂ, ਤੁਹਾਡੀ ਮੂਵਮੈਂਟ ਤੋਂ ਪਤਾ ਲੱਗ ਜੂ। ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਫਿਰ ਇਹ ਕਰਨ ਦੀ ਲੋੜ ਨਹੀਂ, ਡਰਾਮੇਬਾਜ਼ੀਆਂ ਜਿਹੜੀਆਂ ਕਰਦੀਆਂ ਨੇ। ਇਸ ਕਰਕੇ ਜ਼ਰੂਰੀ ਹੈ ਕਿ ਰੀਅਲ ਇਸ਼ੂ 'ਤੇ ਰਹਿਣ, ਔਰ ਚਾਹੀਦਾ ਹੈ ਬੀਜੇਪੀ ਨੂੰ ਕਿ ਜਲਦੀ ਤੋਂ ਜਲਦੀ ਉਹਨੂੰ ਸੈਕ ਕਰੇ, ਮੰਤਰੀ ਮੰਡਲ 'ਚੋਂ ਕੱਢੇ, ਤਾਂ ਹੀ ਪਰਿਵਾਰਾਂ ਨਾਲ ਇਨਸਾਫ ਹੋ ਸਕਦਾ ਜੀ। ਤਾਂ ਸੁਪਰੀਮ ਕੋਰਟ ਦੀਆਂ ਸਖਤ ਟਿੱਪਣੀਆਂ ਦੇ ਜਵਾਬ ਦੇ ਵਿੱਚ ਯੂਪੀ ਸਰਕਾਰ ਦੇ ਵਕੀਲ ਨੇ ਜਵਾਬ ਦਿੱਤਾ ਕਿ ਕੱਲ੍ਹ ਤੱਕ ਸਭ ਠੀਕ ਹੋ ਜਾਏਗਾ। ਸੋ ਦੇਖਦੇ ਹਾਂ ਹੁਣ ਕੱਲ੍ਹ ਤੱਕ ਸਭ ਠੀਕ ਹੁੰਦਾ, ਪੀੜਤਾਂ ਨੂੰ ਇਨਸਾਫ ਮਿਲਦਾ ਜਾਂ ਨਹੀਂ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੂਰੇ ਦੇਸ਼ ਦੇ ਵਿੱਚ ਇਸ ਅਨਿਆਂ ਦੇ ਖਿਲਾਫ ਰੋਸ ਹੋਰ ਵੱਧਦਾ ਜਾਏਗਾ।